ਓਮ ਸ਼ਾਂਤੀ। ਅੱਜ ਸੁਣਦੇ ਹਾਂ 12 ਅਕਤੂਬਰ 2023 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਸ਼੍ਰੀਮਤ 'ਤੇ ਚੱਲੋ ਤਾਂ ਤੁਹਾਡੇ ਸਭ ਭੰਡਾਰੇ ਭਰਪੂਰ ਹੋ ਜਾਣਗੇ। ਤੁਹਾਡੀ ਤਕਦੀਰ ਉੱਚੀ ਬਣ ਜਾਏਗੀ। ਪ੍ਰਸ਼ਨ ਹੈ, ਇਸ ਕਲਯੁਗ ਵਿੱਚ ਕਿਸ ਚੀਜ਼ ਦਾ ਦਿਵਾਲਾ ਨਿਕਲ ਚੁੱਕਿਆ ਹੈ? ਦਿਵਾਲਾ ਨਿਕਲਣ ਨਾਲ ਇਸ ਦੀ ਗਤੀ ਕੀ ਹੋਈ ਹੈ? ਇਸ ਕਲਯੁਗ ਵਿੱਚ ਕਿਸ ਚੀਜ਼ ਦਾ ਦਿਵਾਲਾ ਨਿਕਲ ਚੁੱਕਿਆ ਹੈ? ਦਿਵਾਲਾ ਨਿਕਲਣ ਨਾਲ ਇਸ ਦੀ ਗਤੀ ਕੀ ਹੋਈ ਹੈ? ਉੱਤਰ, ਕਲਯੁਗ ਵਿੱਚ ਪਵਿੱਤਰਤਾ, ਸੁਖ, ਸ਼ਾਂਤੀ ਦਾ ਦਿਵਾਲਾ ਨਿਕਲ ਚੁੱਕਿਆ ਹੈ। ਇਸ ਲਈ ਭਾਰਤ ਸੁਖ ਧਾਮ ਤੋਂ ਦੁੱਖ ਧਾਮ, ਹੀਰੇ ਤੋਂ ਕੋੜੀ ਜਿਹਾ ਬਣ ਗਿਆ। ਇਹ ਖੇਲ ਸਾਰਾ ਭਾਰਤ 'ਤੇ ਹੈ। ਖੇਲ ਦੇ ਆਦਿ ਅੰਤ ਦਾ ਗਿਆਨ ਹੁਣ ਬਾਪ ਤੁਹਾਨੂੰ ਸੁਣਾ ਰਹੇ ਨੇ। ਤਕਦੀਰਵਾਨ, ਸੁਭਾਗਿਆਸ਼ਾਲੀ ਬੱਚੇ ਹੀ ਇਸ ਗਿਆਨ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਨੇ। ਗੀਤ ਹੈ, ਭੋਲੇਨਾਥ ਤੋਂ ਨਿਰਾਲਾ ਕੋਈ ਹੋਰ ਨਹੀਂ, ਵਿਗੜੀ ਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ। ਓਮ ਸ਼ਾਂਤੀ। ਭਗਵਾਨੋਵਾਚ, ਕਿਹੜਾ ਭਗਵਾਨ? ਭੋਲਾਨਾਥ ਸ਼ਿਵ ਭਗਵਾਨ। ਬਾਪ ਵੀ ਸਮਝਾਉਂਦੇ ਨੇ, ਟੀਚਰ ਦਾ ਕੰਮ ਵੀ ਹੈ ਸਮਝਾਣਾ, ਸਤਿਗੁਰੂ ਦਾ ਕੰਮ ਵੀ ਹੈ ਸਮਝਾਣਾ। ਸ਼ਿਵ ਬਾਬਾ ਨੂੰ ਸਤ ਬਾਬਾ ਭੋਲਾਨਾਥ ਕਿਹਾ ਜਾਂਦਾ। ਸ਼ੰਕਰ ਨੂੰ ਭੋਲਾ ਨਹੀਂ ਕਹਾਂਗੇ। ਉਹਨਾਂ ਦੇ ਲਈ ਕਹਿੰਦੇ, ਅੱਖ ਖੋਲੀ ਤਾਂ ਸ੍ਰਿਸ਼ਟੀ ਨੂੰ ਭਸਮ ਕਰ ਦਿੱਤਾ। ਭੋਲਾ ਭੰਡਾਰੀ ਸ਼ਿਵ ਨੂੰ ਕਹਿੰਦੇ ਨੇ, ਅਰਥਾਤ ਭੰਡਾਰਾ ਭਰਪੂਰ ਕਰਨ ਵਾਲਾ। ਕਿਹੜਾ ਭੰਡਾਰਾ? ਧਨ ਦੌਲਤ, ਸੁਖ, ਸ਼ਾਂਤੀ ਦਾ। ਬਾਪ ਆਏ ਨੇ ਪਵਿੱਤਰਤਾ, ਸੁਖ, ਸ਼ਾਂਤੀ ਦਾ ਭੰਡਾਰਾ ਭਰਪੂਰ ਕਰਨ। ਕਲਯੁਗ ਵਿੱਚ ਪਵਿੱਤਰਤਾ, ਸੁਖ, ਸ਼ਾਂਤੀ ਦਾ ਦਿਵਾਲਾ ਹੈ, ਕਿਉਂਕਿ ਰਾਵਣ ਨੇ ਸ਼ਰਾਪ ਦਿੱਤਾ ਹੋਇਆ ਹੈ। ਸਭ ਸ਼ੋਕ ਵਾਟਿਕਾ ਵਿੱਚ ਰੋਂਦੇ ਪਿੱਟਦੇ ਰਹਿੰਦੇ ਨੇ। ਭੋਲਾਨਾਥ ਸ਼ਿਵ ਬੈਠ ਸ੍ਰਿਸ਼ਟੀ ਦੇ ਆਦਿ ਅੰਤ ਦਾ ਰਾਜ ਸਮਝਾਉਂਦੇ ਨੇ। ਅਰਥਾਤ ਤੁਸੀਂ ਬੱਚਿਆਂ ਨੂੰ ਤ੍ਰਿਕਾਲਦਰਸ਼ੀ ਬਣਾਉਂਦੇ ਨੇ। ਡਰਾਮਾ ਨੂੰ ਕੋਈ ਜਾਣਦਾ ਨਹੀਂ। ਮਾਇਆ ਨੇ ਬਿਲਕੁਲ ਬੇਸਮਝ ਬਣਾ ਦਿੱਤਾ। ਭਾਰਤ ਦੀ ਹਾਰ ਜਿੱਤ, ਦੁੱਖ ਸੁੱਖ ਦਾ ਨਾਟਕ ਬਣਿਆ ਹੋਇਆ ਹੈ। ਭਾਰਤ ਹੀਰੇ ਜਿਹਾ ਸਾਲਵੈਂਟ ਸੀ, ਸਮਝਦਾਰ ਸੀ। ਹੁਣ ਕੋੜੀ ਜਿਹਾ ਇਨਸਾਲਵੈਂਟ, ਬੇਸਮਝ ਬਣ ਗਿਆ। ਭਾਰਤ ਸੁਖਧਾਮ ਸੀ, ਹੁਣ ਦੁਖਧਾਮ ਹੈ। ਭਾਰਤ ਹੈਵਨ ਸੀ, ਹੁਣ ਹੈਲ ਹੈ। ਹੈਲ ਤੋਂ ਹੈਵਨ ਕਿਵੇਂ ਬਣਦਾ? ਉਸ ਦੇ ਆਦਮਤ ਅੰਤ ਦਾ ਗਿਆਨ ਸਿਵਾਏ ਗਿਆਨ ਸਾਗਰ ਦੇ ਕੋਈ ਸਮਝਾ ਨਾ ਸਕੇ। ਇਹ ਵੀ ਬੁੱਧੀ ਵਿੱਚ ਨਿਸ਼ਚੇ ਹੋਣਾ ਚਾਹੀਦਾ ਹੈ। ਨਿਸ਼ਚੇ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੀ ਤਕਦੀਰ ਖੁੱਲ੍ਹਣੀ ਹੁੰਦੀ ਹੈ, ਜੋ ਸੁਭਾਗਿਆਸ਼ਾਲੀ ਬਣਨ ਵਾਲੇ ਨੇ। ਦੁਰਭਾਗਿਆਸ਼ਾਲੀ ਤਾਂ ਸਭ ਹੈ ਹੀ। ਦੁਰਭਾਗਿਆਸ਼ਾਲੀ ਮਾਨਾ ਤਕਦੀਰ ਵਿਗੜੀ ਹੋਈ ਹੈ। ਭ੍ਰਸ਼ਟਾਚਾਰੀ ਨੇ। ਬਾਪ ਆ ਕੇ ਸ਼੍ਰੇਸ਼ਟਾਚਾਰੀ ਬਣਾਉਂਦੇ ਨੇ, ਪਰ ਉਸ ਬਾਪ ਨੂੰ ਕੋਈ ਮੁਸ਼ਕਿਲ ਸਮਝ ਸਕਦੇ ਨੇ, ਕਿਉਂਕਿ ਉਹਨਾਂ ਨੂੰ ਦੇ ਹੀ ਨਹੀਂ। ਸੁਪਰੀਮ ਆਤਮਾ ਗੱਲ ਕਰਦੀ ਹੈ। ਪਾਵਨ ਆਤਮਾਵਾਂ ਹੁੰਦੀਆਂ ਨੇ ਸਤਯੁਗ ਵਿੱਚ। ਕਲਯੁਗ ਵਿੱਚ ਸਭ ਪਤਿਤ ਨੇ। ਅਨੇਕ ਮਨੋਕਾਮਨਾ ਲੈ ਕੇ ਜਗਦੰਬਾ ਕੋਲ ਜਾਂਦੇ ਨੇ, ਜਾਣਦੇ ਕੁਝ ਵੀ ਨਹੀਂ। ਫਿਰ ਵੀ ਬਾਪ ਕਹਿੰਦੇ, ਜੋ ਜੋ ਜਿਸ ਭਾਵਨਾ ਨਾਲ ਪੂਜਾ ਕਰਦਾ, ਮੈਂ ਉਸਨੂੰ ਅਲਪ ਕਾਲ ਸ਼ਨ ਭੰਗੁਰ ਦੇ ਲਈ ਫਲ ਦੇ ਦਿੰਦਾ ਹਾਂ। ਜੜ ਮੂਰਤੀ ਕਦੇ ਉਸਦਾ ਫਲ ਨਹੀਂ ਦੇ ਸਕਦੀ। ਫਲ ਦੇਣ ਵਾਲਾ, ਅਲਪ ਕਾਲ ਸੁਖ ਦੇਣ ਵਾਲਾ ਮੈਂ ਹੀ ਹਾਂ। ਬੇਹੱਦ ਦੇ ਸੁਖ ਦਾ ਦਾਤਾ ਵੀ ਮੈਂ ਹੀ ਹਾਂ। ਮੈਂ ਦੁੱਖ ਦਾਤਾ ਨਹੀਂ ਹਾਂ, ਮੈਂ ਸੁਖ ਦਾਤਾ ਹਾਂ। ਮੈਂ ਦੁੱਖ ਹਰਤਾ, ਸੁਖ ਕਰਤਾ ਹਾਂ। ਤੁਸੀਂ ਆਏ ਹੋ ਸੁਖ ਧਾਮ ਵਿੱਚ ਸਵਰਗ ਦਾ ਵਰਸਾ ਪਾਣ। ਇਸ ਵਿੱਚ ਪਰਹੇਜ਼ ਬਹੁਤ ਹੈ। ਬਾਪ ਸਮਝਾਉਂਦੇ ਨੇ, ਆਦਿ ਵਿੱਚ ਹੈ ਸੁਖ, ਮੱਧੇ ਵਿੱਚ ਭਗਤੀ ਮਾਰਗ ਸ਼ੁਰੂ ਹੁੰਦਾ। ਸੁੱਖ ਪੂਰਾ ਹੋ, ਦੁੱਖ ਸ਼ੁਰੂ ਹੁੰਦਾ। ਫਿਰ ਦੇਵੀ ਦੇਵਤਾ ਵਾਮ ਮਾਰਗ, ਵਿਕਾਰੀ ਮਾਰਗ ਵਿੱਚ ਗਿਰਦੇ ਨੇ, ਜਿੱਥੋਂ ਫਿਰ ਭਗਤੀ ਸ਼ੁਰੂ ਹੁੰਦੀ ਹੈ। ਆਦਿ ਵਿੱਚ ਸੁਖ, ਮੱਧ ਵਿੱਚ ਦੁੱਖ ਸ਼ੁਰੂ ਹੁੰਦਾ, ਅੰਤ ਵਿੱਚ ਮਹਾਨ ਦੁੱਖ ਹੈ। ਬਾਪ ਕਹਿੰਦੇ ਨੇ, ਹੁਣ ਸਰਵ ਦਾ ਸ਼ਾਂਤੀ ਸੁਖ ਦਾਤਾ ਮੈਂ ਹਾਂ। ਸਭ ਨੂੰ ਸੁਖ ਧਾਮ ਲੈ ਜਾਣ ਦੇ ਲਈ ਤਿਆਰ ਕਰ ਰਿਹਾ ਹਾਂ। ਬਾਕੀ ਸਭ ਹਿਸਾਬ ਕਿਤਾਬ ਚੁੱਕ ਕਰ ਸ਼ਾਂਤੀ ਧਾਮ ਵਿੱਚ ਚਲੇ ਜਾਣਗੇ। ਸਜ਼ਾਵਾਂ ਬਹੁਤ ਖਾਣਗੇ। ਟ੍ਰਿਬੂਨਲ ਬੈਠਦੀ ਹੈ,
ਬਾਬਾ ਨੇ ਸਮਝਾਇਆ, ਕਾਸ਼ੀ ਵਿੱਚ ਬਲੀ ਚੜ੍ਹਦੇ ਸੀ। ਕਾਸ਼ੀ ਕਲਵਟ ਕਹਿੰਦੇ ਨੇ ਨਾ। ਹੁਣ ਕਾਸ਼ੀ ਵਿੱਚ ਹੈ ਸ਼ਿਵ ਦਾ ਮੰਦਿਰ। ਉੱਥੇ ਭਗਤੀ ਮਾਰਗ ਵਿੱਚ ਸ਼ਿਵ ਬਾਬਾ ਦੀ ਯਾਦ ਵਿੱਚ ਰਹਿੰਦੇ ਨੇ। ਕਹਿੰਦੇ ਨੇ ਬਸ ਤੁਹਾਡੇ ਕੋਲ ਆ ਜਾਵਾਂ। ਬਹੁਤ ਰੋ ਰੋ ਕੇ ਸ਼ਿਵ ਤੇ ਬਲੀ ਚੜ੍ਹਦੇ ਨੇ। ਤਾਲਕ ਕਾਲ ਸ਼ਨ ਭੰਗੁਰ, ਥੋੜ੍ਹਾ ਜਿਹਾ ਫਲ ਮਿਲ ਜਾਂਦਾ। ਇੱਥੇ ਤੁਸੀਂ ਬਲੀ ਚੜ੍ਹਦੇ ਹੋ, ਅਰਥਾਤ ਜਿਉਂਦੇ ਜੀ ਸ਼ਿਵ ਬਾਬਾ ਦਾ ਬਣਦੇ ਹੋ। 21 ਜਨਮਾਂ ਦਾ ਵਰਸਾ ਪਾਉਣ ਦੇ ਲਈ ਜੀਵ ਘਾਤ ਦੀ ਗੱਲ ਨਹੀਂ। ਜਿਉਂਦੇ ਜੀ ਬਾਬਾ ਮੈਂ ਤੁਹਾਡਾ ਹਾਂ। ਉਹ ਤਾਂ ਸ਼ਿਵ ਤੇ ਬਲੀ ਚੜ੍ਹਦੇ ਮਰ ਜਾਂਦੇ। ਸਮਝਦੇ ਨੇ ਮੈਂ ਸ਼ਿਵ ਦਾ ਬਣ ਜਾਵਾਂਗਾ, ਪਰ ਬੰਦੇ ਨਹੀਂ। ਇੱਥੇ ਤੁਸੀਂ ਜਿਉਂਦੇ ਜੀ ਬਾਪ ਦਾ ਬਣੇ, ਗੋਦ ਵਿੱਚ ਆਏ। ਫਿਰ ਬਾਪ ਦੀ ਮੱਤ ਤੇ ਚੱਲਣਾ ਪਵੇ ਤਾਂ ਹੀ ਸ੍ਰੇਸ਼ਟ ਦੇਵਤਾ ਬਣ ਸਕਦੇ ਹੋ। ਤੁਸੀਂ ਹੁਣ ਬਣ ਰਹੇ ਹੋ। ਕਲਪ ਕਲਪ ਇਹੀ ਪੁਰਸ਼ਾਰਥ ਕਰਦੇ ਆਏ ਹੋ। ਇਹ ਕੋਈ ਨਵੀਂ ਗੱਲ ਨਹੀਂ ਹੈ। ਦੁਨੀਆ ਪੁਰਾਣੀ ਹੁੰਦੀ ਫਿਰ ਜ਼ਰੂਰ ਨਵੀਂ ਚਮਕਦੀ ਹੈ। ਭਾਰਤ ਸੁਖ ਧਾਮ ਸੀ, ਹੁਣ ਪੁਰਾਣਾ ਦੁੱਖ ਧਾਮ ਹੈ। ਮਨੁੱਖ ਐਨੇ ਪੱਥਰ ਬੁੱਧੀ ਨੇ ਜੋ ਸਮਝਦੇ ਨਹੀਂ ਸ੍ਰਿਸ਼ਟੀ ਇੱਕ ਹੀ ਹੈ। ਉਹ ਸਿਰਫ ਨਵੀਂ ਤੇ ਪੁਰਾਣੀ ਹੁੰਦੀ ਹੈ। ਮਾਇਆ ਨੇ ਬੁੱਧੀ ਨੂੰ ਤਾਲਾ ਲਗਾ ਕੇ ਬਿਲਕੁਲ ਹੀ ਤੁੱਛ ਬੁੱਧੀ ਬਣਾ ਦਿੱਤਾ। ਇਸ ਲਈ ਆਕੂਪੇਸ਼ਨ ਜਾਣੇ ਬਿਗਰ ਹੀ ਦੇਵਤਾਵਾਂ ਦੀ ਪੂਜਾ ਕਰਦੇ ਰਹਿੰਦੇ ਨੇ। ਇਸ ਨੂੰ ਬਲਾਈਂਡ ਫੇਥ ਕਿਹਾ ਜਾਂਦਾ ਹੈ। ਦੇਵੀਆਂ ਦੀ ਪੂਜਾ ਵਿੱਚ ਕਰੋੜੋਂ ਰੁਪਇਆ ਖਰਚ ਕਰਦੇ, ਫਿਰ ਉਸ ਨੂੰ ਪੂਜਾ ਕਰ ਖਿਲਾ ਪਿਲਾ ਕੇ ਸਮੁੰਦਰ ਵਿੱਚ ਜਾ ਕੇ ਡਬੋ ਦਿੰਦੇ ਨੇ ਤਾਂ ਗੁੱਡੀਆਂ ਦੀ ਪੂਜਾ ਹੋਈ ਨਾ। ਇਸ ਨਾਲ ਕੀ ਫਾਇਦਾ? ਕਿੰਨੀ ਧੂਮਧਾਮ ਨਾਲ ਮਨਾਉਂਦੇ ਨੇ, ਖਰਚਾ ਕਰਦੇ ਨੇ। ਹਫ਼ਤੇ ਬਾਅਦ ਜਿਵੇਂ ਸ਼ਮਸ਼ਾਨ ਵਿੱਚ ਦਫਨ ਕਰਦੇ ਨੇ, ਉਵੇਂ ਸਾਗਰ ਵਿੱਚ ਜਾ ਕੇ ਡੁਬੋ ਦਿੰਦੇ ਨੇ। ਭਗਵਾਨੋ ਵਾਚ, ਇਹ ਆਸੁਰੀ ਸੰਪਰਦਾਇ ਦਾ ਰਾਜ ਹੈ। ਮੈਂ ਤੁਹਾਨੂੰ ਦੈਵੀ ਸੰਪਰਦਾਇ ਦਾ ਪੜ੍ਹਾਉਂਦਾ ਹਾਂ। ਕੋਈ ਨੂੰ ਨਿਸ਼ਚੈ ਬੈਠਣਾ ਬੜਾ ਮੁਸ਼ਕਿਲ ਹੈ, ਕਿਉਂਕਿ ਸਾਕਾਰ ਵਿੱਚ ਨਹੀਂ ਦੇਖਦੇ। ਆਗਾ ਖਾਨ ਸਾਕਾਰ ਵਿੱਚ ਸੀ। ਉਸਦੇ ਕਿੰਨੇ ਫਾਲੋਅਰ ਸੀ? ਉਸ ਨੂੰ ਸੋਨੇ ਹੀਰੇ ਵਿੱਚ ਵਜ਼ਨ ਕਰਦੇ ਸੀ। ਐਨੀ ਮਹਿਮਾ ਕੋਈ ਬਾਦਸ਼ਾਹ ਦੀ ਨਹੀਂ ਹੁੰਦੀ। ਬਾਪ ਸਮਝਾਉਂਦੇ ਨੇ ਇਸ ਨੂੰ ਅੰਧ ਸ਼ਰਧਾ ਕਿਹਾ ਜਾਂਦਾ ਹੈ, ਕਿਉਂਕਿ ਸਥਾਈ ਸੁੱਖ ਤਾਂ ਹੈ ਹੀ ਨਹੀਂ। ਬਹੁਤ ਗੰਦੇ ਵੀ ਹੁੰਦੇ ਨੇ। ਵੱਡੇ ਵੱਡੇ ਆਦਮੀਆਂ ਤੋਂ ਵੱਡੇ ਪਾਪ ਹੁੰਦੇ ਨੇ। ਬਾਪ ਕਹਿੰਦੇ ਨੇ ਮੈਂ ਹਾਂ ਗਰੀਬ ਨਿਵਾਸ। ਗਰੀਬਾਂ ਤੋਂ ਐਨੇ ਪਾਪ ਨਹੀਂ ਹੋਣਗੇ। ਇਸ ਸਮੇਂ ਸਭ ਪਾਪ ਆਤਮਾਵਾਂ ਨੇ। ਹੁਣ ਤੁਹਾਨੂੰ ਬੇਹੱਦ ਦਾ ਪਾਪ ਮਿਲਿਆ, ਫਿਰ ਵੀ ਤੁਸੀਂ ਘੜੀ ਘੜੀ ਉਹਨਾਂ ਨੂੰ ਭੁੱਲ ਜਾਂਦੇ ਹੋ। ਅਰੇ ਤੁਸੀਂ ਆਤਮਾ ਹੋ ਨਾ। ਆਤਮਾ ਨੂੰ ਕਦੇ ਕਿਸੇ ਨੇ ਦੇਖਿਆ ਨਹੀਂ। ਸਮਝਦੇ ਨੇ ਸਟਾਰ ਮਿਸਲ ਪ੍ਰਗਟੀ ਦੇ ਵਿੱਚ ਰਹਿੰਦੀ ਹੈ। ਜਦੋਂ ਆਤਮਾ ਨਿਕਲ ਜਾਂਦੀ, ਸਰੀਰ ਖਲਾਸ ਹੋ ਜਾਂਦਾ ਹੈ। ਆਤਮਾ ਸਟਾਰ ਮਿਸਲ ਹੈ। ਜ਼ਰੂਰ ਮੁਝ ਆਤਮਾ ਦਾ ਬਾਪ ਵੀ ਮੇਰੇ ਜੈਸਾ ਹੋਵੇਗਾ। ਜ਼ਰੂਰ ਮੇਰੀ ਆਤਮਾ ਦਾ ਪਿਤਾ ਵੀ ਮੇਰੇ ਜਿਹਾ ਹੋਵੇਗਾ, ਪਰ ਉਹ ਸੁੱਖ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ। ਨਿਰਾਕਾਰ ਵਰਸਾ ਕਿਵੇਂ ਦੇਣਗੇ? ਜ਼ਰੂਰ ਪ੍ਰਗਟੀ ਵਿੱਚ ਬੈਠ ਕੇ ਦੇਣਗੇ। ਆਤਮਾ ਹੁਣ ਗਿਆਨ ਧਾਰਨ ਨਾਲ ਦੁਰਗਤੀ ਤੋਂ ਸਦਗਤੀ ਵਿੱਚ ਜਾਂਦੀ ਹੈ। ਹੁਣ ਜੋ ਕਰੇਗਾ ਸੋ ਪਾਏਗਾ। ਬਾਬਾ ਨੂੰ ਯਾਦ ਨਹੀਂ ਕਰਦੇ, ਵਰਸਾ ਵੀ ਨਹੀਂ ਪਾਣਗੇ। ਕੋਈ ਨੂੰ ਆਪ ਸਮਾਨ ਵਰਸਾ ਪਾਣ ਲਾਇਕ ਨਹੀਂ ਬਣਾਉਂਦੇ। ਸਮਝਦੇ ਨੇ ਪਾਈ ਪੈਸੇ ਦਾ ਪਦ ਪਾ ਲੈਣਗੇ। ਭ੍ਰਿਸ਼ਟਾਚਾਰੀ ਭ੍ਰਿਸ਼ਟਾਚਾਰੀ ਕਿਸ ਨੂੰ ਕਿਹਾ ਜਾਂਦਾ, ਇਹ ਬਾਪ ਸਮਝਾਉਂਦੇ ਨੇ। ਭਾਰਤ ਵਿੱਚ ਸ੍ਰੇਸ਼ਟਾਚਾਰੀ ਦੇਵਤਾ ਹੋ ਕੇ ਗਏ ਨੇ, ਗਾਉਂਦੇ ਵੀ ਨੇ ਹੈਵਨਲੀ ਗੋਡ ਫਾਦਰ, ਪਰ ਜਾਣਦੇ ਨਹੀਂ ਕਿ ਹੈਵਨਲੀ ਗੋਡ ਫਾਦਰ ਕਦੋਂ ਆ ਕੇ ਸ੍ਰਿਸ਼ਟੀ ਨੂੰ ਹੈਵਨ ਬਣਾਉਂਦੇ ਨੇ। ਤੁਸੀਂ ਜਾਣਦੇ ਹੋ, ਸਿਰਫ ਪੂਰਾ ਪੁਰਸ਼ਾਰਥ ਨਹੀਂ ਕਰਦੇ, ਉਹ ਵੀ ਡਰਾਮਾ ਅਨੁਸਾਰ ਹੋਣਾ ਹੈ, ਜਿੰਨਾ ਜਿਸਦੀ ਤਕਦੀਰ ਵਿੱਚ ਹੋਵੇਗਾ। ਬਾਬਾ ਤੋਂ ਅਗਰ ਕੋਈ ਪੁੱਛੇ, ਬਾਬਾ ਫਟ ਦੱਸ ਸਕਦੇ ਨੇ। ਇਸ ਚੱਲਣ ਵਿੱਚ ਤੁਹਾਡਾ ਜੇਕਰ ਸਰੀਰ ਛੁੱਟ ਗਿਆ ਤਾਂ ਕੀ ਪਦ ਪਾਓਗੇ? ਪਰ ਪੁੱਛਣ ਦੀ ਹਿੰਮਤ ਕੋਈ ਨਹੀਂ ਰੱਖਦੇ। ਜੋ ਚੰਗਾ ਪੁਰਸ਼ਾਰਥ ਕਰਦੇ ਨੇ ਉਹ ਸਮਝ ਸਕਦੇ ਨੇ ਅਸੀਂ ਕਿੰਨਿਆਂ ਅੰਨਿਆਂ ਦੀ ਲਾਠੀ ਬਣਦੇ ਹਾਂ। ਬਾਪ ਵੀ ਸਮਝ ਜਾਂਦੇ ਇਹ ਚੰਗਾ ਪਦ ਪਾਣਗੇ। ਇਹ ਬੱਚਾ ਕੁਝ ਸਰਵਿਸ ਨਹੀਂ ਕਰਦਾ, ਉੱਥੇ ਜਾ ਕੇ ਦਾਸ ਦਾਸੀ ਬਣੇਗਾ। ਝਾੜੂ ਲਗਾਉਣ ਵਾਲੇ, ਸ਼੍ਰੀ ਕ੍ਰਿਸ਼ਨ ਦੀ ਪਾਲਣਾ ਕਰਨ ਵਾਲੇ,
ਮਹਾਰਾਣੀ ਦਾ ਸ਼ਿੰਗਾਰ ਕਰਨ ਵਾਲੇ ਵੀ ਤਾਂ ਦਾਸ ਦਾਸੀਆਂ ਹੀ ਹੁੰਦੇ ਨੇ ਨਾ। ਉਹ ਨੇ ਪਾਵਨ ਰਾਜਾ, ਇਹ ਨੇ ਪਤਿਤ ਰਾਜਾ। ਪਤਿਤ ਰਾਜਾ ਪਾਵਨ ਰਾਜਾਵਾਂ ਦੇ ਮੰਦਰ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਨੇ, ਜਾਣਦੇ ਕੁਝ ਵੀ ਨਹੀਂ। ਬਿਰਲਾ ਮੰਦਿਰ ਕਿੰਨਾ ਵੱਡਾ ਹੈ, ਕਿੰਨੇ ਲਕਸ਼ਮੀ ਨਾਰਾਇਣ ਦੇ ਮੰਦਰ ਬਣਾਉਂਦੇ ਨੇ, ਪਰ ਜਾਣਦੇ ਨਹੀਂ ਲਕਸ਼ਮੀ ਨਾਰਾਇਣ ਕੌਣ ਹੈ। ਫਿਰ ਉਹਨਾਂ ਨੂੰ ਕਿੰਨਾ ਫਾਇਦਾ ਮਿਲੇਗਾ, ਅਲੱਗ ਕਾਲ ਦਾ ਸੁੱਖ। ਜਗਦੰਬਾ ਕੋਲ ਜਾਂਦੇ ਨੇ, ਇਹ ਥੋੜ੍ਹੀ ਜਾਣਦੇ ਨੇ ਕਿ ਜਗਦੰਬਾ ਹੀ ਸ਼੍ਰੀ ਲਕਸ਼ਮੀ ਬਣਦੀ ਹੈ। ਇਸ ਸਮੇਂ ਤੁਸੀਂ ਜਗਦੰਬਾ ਤੋਂ ਵਿਸ਼ਵ ਦੀ ਸਭ ਮਨੋਕਾਮਨਾ ਪੂਰੀ ਕਰ ਰਹੇ ਹੋ, ਵਿਸ਼ਵ ਦਾ ਰਾਜ ਲੈ ਰਹੇ ਹੋ। ਜਗਦੰਬਾ ਤੁਹਾਨੂੰ ਪੜ੍ਹਾ ਰਹੀ ਹੈ, ਫਿਰ ਉਹੀ ਲਕਸ਼ਮੀ ਬਣਦੀ ਹੈ। ਜਿਸ ਤੋਂ ਵਰੇ ਵਰੇ ਭੀਖ ਮੰਗਦੇ ਹੋ, ਕਿੰਨਾ ਫਰਕ ਹੈ। ਲਕਸ਼ਮੀ ਤੋਂ ਹਰ ਵਰੇ ਪੈਸਿਆਂ ਦੀ ਭੀਖ ਮੰਗਦੇ ਨੇ। ਲਕਸ਼ਮੀ ਨੂੰ ਐਵੇਂ ਨਹੀਂ ਕਹਿਣਗੇ ਸਾਨੂੰ ਬੱਚਾ ਚਾਹੀਦਾ ਹੈ ਜਾਂ ਬਿਮਾਰੀ ਦੂਰ ਕਰੋ, ਨਹੀਂ। ਲਕਸ਼ਮੀ ਤੋਂ ਸਿਰਫ ਧਨ ਮੰਗਦੇ ਨੇ। ਨਾਮ ਹੀ ਹੁੰਦਾ ਹੈ ਲਕਸ਼ਮੀ ਪੂਜਨ। ਜਗਦੰਬਾ ਤੋਂ ਬਹੁਤ ਕੁਝ ਮੰਗਦੇ ਨੇ, ਉਹ ਸਭ ਮਨੋਕਾਮਨਾ ਪੂਰਨ ਕਰਨ ਵਾਲੀ ਹੈ। ਹੁਣ ਤੁਹਾਨੂੰ ਜਗਦੰਬਾ ਤੋਂ ਮਿਲਦੀ ਹੈ ਸਵਰਗ ਦੀ ਪਾਤਸ਼ਾਹੀ। ਲਕਸ਼ਮੀ ਹਰ ਵਰੇ ਕੁਝ ਨਾ ਕੁਝ ਧਨ ਦਾ ਫੰਡ ਮਿਲਦਾ ਹੈ। ਲਕਸ਼ਮੀ ਤੋਂ ਹਰ ਵਰੇ ਕੁਝ ਨਾ ਕੁਝ ਧਨ ਦਾ ਫਲ ਮਿਲਦਾ, ਤਾਂ ਹੀ ਤਾਂ ਹਰ ਵਰੇ ਪੂਜਾ ਕਰਦੇ ਨੇ। ਸਮਝਦੇ ਨੇ ਧਨ ਦੇਣ ਵਾਲੀ ਲਕਸ਼ਮੀ ਹੈ। ਧਨ ਤੋਂ ਫਿਰ ਪਾਪ ਕਰਦੇ ਰਹਿੰਦੇ, ਧਨ ਪ੍ਰਾਪਤੀ ਦੇ ਲਈ ਵੀ ਪਾਪ ਕਰਦੇ ਨੇ। ਹੁਣ ਤੁਸੀਂ ਬੱਚਿਆਂ ਨੂੰ ਮਿਲਦੇ ਨੇ ਅਵਿਨਾਸ਼ੀ ਗਿਆਨ ਰਤਨ, ਜਿਸ ਨਾਲ ਤੁਸੀਂ ਮਾਲਾਮਾਲ ਬਣ ਜਾਓਗੇ। ਜਗਦੰਬਾ ਤੋਂ ਸਵਰਗ ਦੀ ਰਾਜਾਈ ਮਿਲਦੀ ਹੈ, ਉੱਥੇ ਪਾਪ ਨਹੀਂ ਹੁੰਦਾ। ਕਿੰਨੀ ਸਮਝ ਦੀਆਂ ਗੱਲਾਂ ਨੇ। ਕੋਈ ਤਾਂ ਚੰਗੀ ਤਰ੍ਹਾਂ ਸਮਝਦੇ ਨੇ, ਕੋਈ ਕੁਝ ਨਹੀਂ ਸਮਝਦੇ, ਕਿਉਂਕਿ ਤਕਦੀਰ ਵਿੱਚ ਨਹੀਂ, ਸ਼੍ਰੀਮਤ ਤੇ ਨਹੀਂ ਚੱਲਦੇ ਤਾਂ ਸ੍ਰੇਸ਼ਟ ਥੋੜ੍ਹੀ ਬਣਨਗੇ। ਫਿਰ ਪਦਵੀ ਭ੍ਰਸ਼ਟ ਹੋ ਜਾਏਗੀ। ਸਾਰੀ ਰਾਜਧਾਨੀ ਸਥਾਪਨ ਹੋ ਰਹੀ ਹੈ, ਇਹ ਸਮਝਣਾ ਹੈ। ਗॉड ਫਾਦਰ ਹੈਵਨਲੀ ਕਿੰਗਡਮ ਸਥਾਪਨ ਕਰ ਰਹੇ ਨੇ। ਫਿਰ ਭਾਰਤ ਹੈਵਨ ਬਣ ਜਾਏਗਾ। ਇਸ ਨੂੰ ਕਿਹਾ ਜਾਂਦਾ ਕਲਿਆਣਕਾਰੀ ਯੁੱਗ। ਇਹ ਹੈ ਬਹੁਤ ਤੋਂ ਬਹੁਤ 100 ਵਰ੍ਹਿਆਂ ਦਾ ਯੁੱਗ। ਹੋਰ ਸਾਰੇ ਯੁੱਗ 1250 ਵਰ੍ਹੇ ਦੇ ਨੇ। ਅਜਮੇਰ ਵਿੱਚ ਵੈਕੁੰਠ ਦਾ ਮਾਡਲ ਹੈ, ਦਿਖਾਉਂਦੇ ਨੇ ਸਵਰਗ ਕਿਵੇਂ ਹੁੰਦਾ ਹੈ। ਸਵਰਗ ਜ਼ਰੂਰ ਇੱਥੇ ਹੀ ਹੋਵੇਗਾ ਨਾ। ਥੋੜ੍ਹਾ ਵੀ ਸੁਣਿਆ ਸਵਰਗ ਵਿੱਚ ਆਉਣਗੇ, ਪਰ ਪੜ੍ਹਨਗੇ ਨਹੀਂ। ਜਿਵੇਂ ਭੀਲ ਨੇ ਪਰਜਾ ਵਿੱਚ ਨੰਬਰਵਾਰ ਹੁੰਦੇ ਹੈ ਨਾ, ਪਰੰਤੂ ਉੱਥੇ ਗਰੀਬ ਸਾਹੂਕਾਰ ਸੁੱਖ ਸਭ ਨੂੰ ਰਹਿੰਦਾ ਹੈ। ਇੱਥੇ ਤਾਂ ਦੁੱਖ ਹੀ ਦੁੱਖ ਹੈ। ਭਾਰਤ ਸਤਯੁਗ ਵਿੱਚ ਸੁੱਖ ਧਾਮ ਸੀ, ਕਲਯੁਗ ਵਿੱਚ ਦੁੱਖ ਧਾਮ ਹੈ। ਇਹ ਵਰਡ ਦੀ ਹਿਸਟਰੀ ਜੋਗਰਾਫੀ ਰਿਪੀਟ ਹੁੰਦੀ ਹੈ। ਗॉड ਇੱਕ ਹੈ, ਵਰਡ ਵੀ ਇੱਕ ਹੈ। ਨਵੀਂ ਵਰਡ ਵਿੱਚ ਪਹਿਲੇ ਹੈ ਭਾਰਤ, ਹੁਣ ਭਾਰਤ ਪੁਰਾਣਾ ਹੈ, ਜਿਸ ਨੂੰ ਫਿਰ ਨਵਾਂ ਬਣਨਾ ਹੈ। ਇਹ ਵਰਡ ਦੀ ਹਿਸਟਰੀ ਜੋਗਰਾਫੀ ਐਵੇਂ ਰਿਪੀਟ ਹੁੰਦੀ ਰਹਿੰਦੀ ਹੈ। ਇਹਨਾਂ ਗੱਲਾਂ ਨੂੰ ਕੋਈ ਨਹੀਂ ਜਾਣਦੇ। ਸਭ ਇੱਕ ਜਿਹੇ ਨਹੀਂ ਹੁੰਦੇ। ਮਤਭੇਦ ਤਾਂ ਉੱਥੇ ਵੀ ਹੋਣਗੇ। ਉੱਥੇ ਸਿਪਾਹੀ ਲੋਕ ਨਹੀਂ ਹੁੰਦੇ, ਕਿਉਂਕਿ ਉੱਥੇ ਡਰ ਨਹੀਂ ਹੁੰਦਾ। ਇੱਥੇ ਡਰ ਹੈ, ਇਸ ਲਈ ਸਿਪਾਹੀ ਆਦਿ ਰੱਖਦੇ ਨੇ। ਭਾਰਤ ਵਿੱਚ ਟੁਕੜੇ ਟੁਕੜੇ ਕਰ ਦਿੱਤੇ। ਸਤਯੁਗ ਵਿੱਚ ਪਾਰਟੀਸ਼ਨ ਵਿਭਾਜਨ ਨਹੀਂ ਹੁੰਦਾ। ਲਕਸ਼ਮੀ ਨਾਰਾਇਣ ਇੱਕ ਦਾ ਰਾਜ ਚੱਲਦਾ ਹੈ, ਪਾਪ ਨਹੀਂ ਹੁੰਦਾ। ਹੁਣ ਬਾਪ ਕਹਿੰਦੇ ਨੇ ਬੱਚੇ ਮੇਰੇ ਤੋਂ ਸਦਾ ਸੁੱਖ ਦਾ ਵਰਸਾ ਲਓ, ਮੇਰੀ ਮੱਤ ਤੇ ਚੱਲ ਕੇ। ਸਦਗਤੀ ਦਾ ਮਾਰਗ ਇੱਕ ਬਾਪ ਹੀ ਦੱਸਦੇ ਨੇ। ਇਹ ਹੈ ਸ਼ਿਵ ਸ਼ਕਤੀ ਸੇਨਾ, ਜੋ ਭਾਰਤ ਨੂੰ ਸਵਰਗ ਬਣਾਉਂਦੀ ਹੈ। ਤਨ ਮਨ ਧਨ ਸਭ ਇਹ ਸੇਵਾ ਵਿੱਚ ਲਗਾਉਂਦੇ ਨੇ। ਉਸ ਬਾਪੂ ਨੇ ਕ੍ਰਿਸ਼ਨ ਨੂੰ ਭਜਾਇਆ, ਇਹ ਡਰਾਮਾ ਵੀ ਸੀ, ਪਰ ਉਸ ਨਾਲ ਕੋਈ ਸੁੱਖ ਨਹੀਂ ਹੋਇਆ। ਇਹ ਮਿਲੇਗਾ, ਇਹ ਹੋਵੇਗਾ। ਮਿਲਣਾ ਹੈ ਸਿਰਫ ਇੱਕ ਬਾਪ ਤੋਂ, ਬਾਕੀ ਇਹ ਸਭ ਖਤਮ ਹੋ ਜਾਵੇਗਾ। ਕਹਿੰਦੇ ਨੇ ਬਰਥ ਕੰਟਰੋਲ ਕਰੋ, ਉਸ ਦੇ ਲਈ ਮੱਥਾ ਮਾਰਦੇ ਰਹਿੰਦੇ ਨੇ, ਹੋਵੇਗਾ ਕੁਝ ਨਹੀਂ। ਹੁਣ ਥੋੜ੍ਹੀ ਲੜਾਈ ਹੋਈ, ਫੈਮਨ ਪੜ ਜਾਏਗਾ, ਕਾਲ ਪੈ ਜਾਏਗਾ, 1-2 ਵਿੱਚ ਮਾਰਾਮਾਰੀ ਹੋ ਜਾਵੇਗੀ। ਅੱਛਾ, ਮਿੱਠੇ ਮਿੱਠੇ ਸਿਕਿਲਰ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ ਨਮਸਤੇ।
ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ ਹੈ, ਜਿਉਂਦੇ ਜੀ ਬਾਪ ਤੇ ਬਲੀ ਚੜ੍ਹਨਾ ਹੈ, ਅਰਥਾਤ ਬਾਪ ਦਾ ਬਣ ਕੇ ਬਾਪ ਦੀ ਸ਼੍ਰੀਮਤ ਤੇ ਚੱਲਣਾ ਹੈ, ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਦੂਜਾ, ਅਵਿਨਾਸ਼ੀ ਗਿਆਨ ਰਤਨਾ ਦਾ ਦਾਨ ਕਰ, ਜਗਦੰਬਾ ਸਮਾਨ ਸਭ ਦੀਆਂ ਮਨੋਕਾਮਨਾ ਪੂਰਨ ਕਰਨ ਵਾਲਾ ਬਣਨਾ ਹੈ। ਵਰਦਾਨ ਹੈ, ਸੇਵਾਵਾਂ ਵਿੱਚ ਸਦਾ ਸਹਿਯੋਗੀ ਬਣ, ਸਹਿਜ ਯੋਗ ਦਾ ਵਰਦਾਨ ਪ੍ਰਾਪਤ ਕਰਨ ਵਾਲੇ ਵਿਸ਼ੇਸ਼ਤਾ ਸੰਪੰਨ ਭਵ। ਸੇਵਾਵਾਂ ਵਿੱਚ ਸਦਾ ਸਹਿਯੋਗੀ ਬਣ, ਸਹਿਜ ਯੋਗ ਦਾ ਵਰਦਾਨ ਪ੍ਰਾਪਤ ਕਰਨ ਵਾਲੇ ਵਿਸ਼ੇਸ਼ਤਾ ਸੰਪੰਨ ਭਵ। ਬ੍ਰਾਹਮਣ ਜੀਵਨ ਵਿਸ਼ੇਸ਼ਤਾ ਸੰਪੰਨ ਜੀਵਨ ਹੈ। ਬ੍ਰਾਹਮਣ ਬਣਨਾ ਅਰਥਾਤ ਸਹਿਜ ਯੋਗੀ ਭਵ ਦਾ ਵਰਦਾਨ ਪ੍ਰਾਪਤ ਕਰਨਾ, ਇਹੀ ਸਭ ਤੋਂ ਪਹਿਲੇ ਜਨਮ ਦਾ ਵਰਦਾਨ ਹੈ। ਇਸ ਵਰਦਾਨ ਨੂੰ ਬੁੱਧੀ ਵਿੱਚ ਸਦਾ ਯਾਦ ਰੱਖਣਾ, ਇਹ ਹੈ ਵਰਦਾਨ ਨੂੰ ਜੀਵਨ ਵਿੱਚ ਲਿਆਉਣਾ। ਵਰਦਾਨ ਨੂੰ ਕਾਇਮ ਰੱਖਣ ਦੀ ਸਹਿਜ ਵਿਧੀ ਹੈ ਸਰਵ ਆਤਮਾਵਾਂ ਦੇ ਪ੍ਰਤੀ। ਵਰਦਾਨ ਨੂੰ ਸੇਵਾ ਵਿੱਚ ਲਿਆਣਾ, ਸੇਵਾ ਵਿੱਚ ਸਹਿਯੋਗੀ ਬਣਨਾ ਹੀ ਸਹਿਜ ਯੋਗੀ ਬਣਨਾ ਹੈ। ਇਸ ਵਰਦਾਨ ਨੂੰ ਸਮ੍ਰਿਤੀ ਵਿੱਚ ਰੱਖ ਵਿਸ਼ੇਸ਼ਤਾ ਸੰਪੰਨ ਬਣੋ। ਸਲੋਗਨ ਹੈ, ਆਪਣੇ ਮੱਥੇ ਦੀ ਮਣੀ ਦੁਆਰਾ ਖੁਦ ਦਾ ਸਵਰੂਪ ਤੇ ਸ੍ਰੇਸ਼ਟ ਮੰਜ਼ਿਲ ਦਾ ਸਾਖਸ਼ਾਤਕਾਰ ਕਰਾਣਾ ਹੀ ਲਾਈਟ ਹਾਊਸ ਬਣਨਾ ਹੈ। ਆਪਣੇ ਮਸਤਕ ਦੀ ਮਣੀ ਦੁਆਰਾ ਖੁਦ ਦਾ ਸਵਰੂਪ, ਸਵਯੰ ਦਾ ਸਵਰੂਪ ਤੇ ਸ੍ਰੇਸ਼ਟ ਮੰਜ਼ਿਲ ਦਾ ਸਾਖਸ਼ਾਤਕਾਰ ਕਰਾਣਾ ਹੀ ਲਾਈਟ ਹਾਊਸ ਬਣਨਾ ਹੈ। ਓਮ ਸ਼ਾਂਤੀ।